अस्सलाम वालेकुम सब देखने वालों को। और जितने भी मेरे दोस्त हैं यूट्यूब पे, फेसबुक पे और टिकटॉक पे, ये जो आज की वीडियो बन रही है वो इसलिए बन रही है कि अक्सर मुझे दोस्तों के मैसेज वगैरह आ रहे थे कि हमारे कबूतरों में जो जो मसाइल आजकल चल रहे हैं, आपको पता बीमारियों का ये अब सीज़न स्टार्ट हो गया एक हिसाब से। तो अच्छा, तो सीन ये है कि बीमारियाँ आजकल बहुत ज़्यादा, क्योंकि मौसम जब तब्दील हो रहा होता है तो बीमारियां भी हमारे परिंदों पे हैवी होना स्टार्ट हो जाती हैं। आप सब दोस्तों से गुजारिश ये है हमारी कि आप सब दोस्तों ने हमारे यूट्यूब चैनल को सब्सक्राइब भी कर लेना है और उसको लाइक शेयर कमेंट्स लाजमी कीजिए। और जो फेसबुक पे है वो भी हमें फॉलो कर लें। टिकटॉक वाले जितने भी भाई हमारे देखने वाले, ठीक है, आप भी हमें फॉलो कर लें और हमारी वीडियो सेव करके रख लिया करें। आपके लिए बहुत ही अच्छी वीडियो होने वाली है आज की। जो आज की वीडियो सबसे पहली जो हमारी वीडियो ये बन रही है वो इसलिए बन रही है, एक हमारे भाई हैं जी, उन्होंने हमारे से आज पूछा था कि हम मेरे एक कबूतर की आंख में आ गया ज्यादा, तो उसका क्या इलाज है, ठीक है। और ये वीडियो फिर हम आपको बता रहे हैं कि बार बार कहने का मकसद आपको यही होता है कि आप हमारे पेज को फॉलो कर लीजिए कि हर आने वाली वीडियो आपको मिलती रहे। और चलते हैं उस्ताद जी की तरफ। अस्सलाम वालेकुम उस्ताद जी, की हाल चाल जी वालेकुम सलाम। उस्ताद जी, आज का ਜਿਹੜਾ ਮਕਸਦ ਹੈ ਤੁਹਾਡੇ ਕੋਲ ਆਉਣ ਦਾ ਉਹ ਹੈਗਾ ਕਿ ਇੱਕ ਭਾਈ ਹੈਗਾ, ਠੀਕ ਹੈ, ਉਹਨਾਂ ਨੇ ਮੈਸੇਜ ਕੀਤਾ ਸੀ ਕਿ ਉਹਨਾਂ ਦੇ ਕਬੂਤਰ ਦੀ ਅੱਖ ਤੇ ਜਾਲਾ ਆ ਗਿਆ, ਠੀਕ ਹੈ, ਉਹਦਾ ਕੀ ਇਲਾਜ ਹੈ ਤੇ ਉਹ ਠੀਕ ਹੋ ਵੀ ਜਾਏਗਾ ਨਹੀਂ ਹੋਏਗਾ, ਇਹ ਵੀ ਦੱਸ ਦੇਣਾ। इलाज ਉਹਦੇ ਬਹੁਤ ਆਸਾਨ ਵੀ ਹੈਗਾ ਜੀ ਜੀ। ਅਗਰ ਬਿਮਾਰੀ ਦੀ ਅਲਾਮਤ ਹੁੰਦੀ ਹੈ ਇਹ ਅੱਖ ਦੇ ਅੱਗੇ ਜਾਲਾ ਰਾਣੀ ਖੇਦਾ ਵੀ ਵਾਰਿਸ ਹੁੰਦਾ ਹੈ। ਅੱਛਾ ਅੱਛਾ, ਠੀਕ ਹੋ ਗਿਆ। ਇਲਾਜ ਜਿਹੜਾ ਹੈਗਾ ਬਿਲਕੁਲ ਆਸਾਨ ਹੀ ਹੈ ਅਗਰ ਦੋਸਤ ਕਰਨਗੇ। ਵਾਹ, ਇਹ ਬਹੁਤ ਅੱਛੀ ਗੱਲ ਕੀਤੀ ਉਸਤਾਦ ਨੇ। ਕਰਨਾ ਨਹੀਂ ਤੇ ਫਿਰ ਉਹਦਾ ਕੋਈ ਫਾਇਦਾ ਕੋਈ ਨਹੀਂ ਫਾਇਦਾ ਹੈ, ਨਹੀਂ, ਦੱਸਣ ਦਾ ਨਹੀਂ ਕੋਈ ਫਾਇਦਾ ਹੁੰਦਾ। ਜੀ ਜੀ। ਪੰਸਾਰੀ ਦੇ ਕੋਲੋਂ ਸ਼ੀਸ਼ਾ ਨਮਕ ਲੈ ਲੈ। ਇੱਕ ਨਮਕ ਵਾਈਟ ਖਾਣ ਵਾਲਾ ਹੁੰਦਾ ਜੀ ਜੀ। ਇੱਕ ਪੰਸਾਰੀ ਕੋ ਸ਼ੀਸ਼ਾ ਨਮਕ ਮਿਲਦਾ। ਸ਼ੀਸ਼ਾ ਨਮਕ ਹੁੰਦਾ। ਸ਼ੀਸ਼ਾ ਨਮਕ ਉਹਨੂੰ ਕਹਿੰਦੇ ਨੇ। ਉਹਨੂੰ ਲਿਆ ਕੇ ਪੀਸ ਕੇ ਪਾਊਡਰ ਕਰ ਲੈਣ। ਜੀ ਜੀ। ਉਹ ਅੱਖ ਦੇ ਵਿੱਚ ਪਰਿੰਦੇ ਦੀ ਹਲਕਾ ਜਾਂ ਉਹਦੀ ਅੱਖ 'ਚ ਡਾਲ ਦਿਓ ਤੁਸੀਂ। ਬਿਲਕੁਲ ਥੋੜਾ ਜਿਹਾ। ਹਾਂ, 2-3 ਦਿਨ ਡਾਲੋਗੇ ਜਾਂ ਦੁੱਧ ਦੇ ਵਿੱਚ ਮਿਕਸ ਕਰਕੇ ਆਈ ਡ੍ਰੌਪ ਦੇ ਵਿੱਚ ਪਾ ਲਓ। ਉਹ ਸਭ ਤੋਂ ਆਸਾਨ ਤਰੀਕਾ। 5 ਸੀਸੀ ਦੁੱਧ ਲੈ ਲਓ, ਉਹਦੇ ਵਿੱਚ ਤੁਸੀਂ ਉਹ ਇੱਕ ਚੁਟਕੀ ਮਿਲਾ ਕੇ ਅੱਛੀ ਤਰ੍ਹਾਂ ਨੂੰ ਮਿਕਸ ਕਰਕੇ ਡ੍ਰੌਪ ਦੇ ਵਿੱਚ ਡਾਲ ਕੇ ਤੇ ਪਰਿੰਦੇ ਦੀ ਆਈਜ਼ ਦੇ ਵਿੱਚ ਉਹ ਤੁਸੀਂ ਡਾਲੋ। 2-3 ਟਾਈਮ ਡਾਲੋ, 2 ਦਿਨਾਂ ਦੇ ਵਿੱਚ ਉਹ ਜਾਲਾ ਬਿਲਕੁਲ ਸਾਫ਼। ਯਾਨੀ ਕਿ ਉਸਤਾਦ ਜੀ ਸੁਬਾਹ ਨੂੰ ਵੀ ਪਾ ਲਈਏ ਤੇ ਸ਼ਾਮ ਨੂੰ ਵੀ ਪਾ ਲਈਏ ਤੇ ਇਨਸ਼ਾਅੱਲਾ ਤਾਲਾ ਅੱਲਾਹ ਦੇ ਹੁਕਮ ਨਾਲ ਜਾਲਾ ਬਿਲਕੁਲ ਸਾਫ਼ ਹੋ ਜਾਏਗਾ। ਇਸ ਮਾਏ ਵਿੱਚ ਲੋ ਜੀ, ਜਿਵੇਂ ਉਸਤਾਦ ਜੀ ਨੇ ਪਹਿਲੇ ਵੀ ਦੱਸਿਆ ਸੀ ਕਿ ਇਹ ਚੀਜ਼ ਦੱਸਣ ਦਾ ਮਕਸਦ ਇਹ ਹੁੰਦਾ ਹੈ ਕਿ ਇਹਨੂੰ ਚੀਜ਼ ਨੂੰ ਤੁਸੀਂ ਲਾਜ਼ਮੀ ਅਜ਼ਮਾਓ, ਠੀਕ ਹੈ, ਫਿਰ ਹੀ ਤੁਹਾਨੂੰ ਪਤਾ ਚੱਲੇਗਾ ਕਿ ਇਹਦਾ ਕੀ ਰਿਜ਼ਲਟ ਹੈ। ਤੇ ਹੁਣ ਲੈਣੇ ਤੁਹਾਡੇ ਕੋਲ ਇਜਾਜ਼ਤ, ਇਨਸ਼ਾਅੱਲਾ ਤਾਲਾ ਹੁਣ ਤੁਹਾਡੇ ਨਾਲ ਨੈਕਸਟ ਵੀਡੀਓ ਤੇ ਨੈਕਸਟ ਕਿਸੇ ਟੌਪਿਕ ਤੇ ਜਿਹੜਾ ਵੀ ਮੈਸੇਜ ਆਏਗਾ ਉਹਦੇ ਤੇ ਤੁਹਾਨੂੰ ਦੁਬਾਰਾ ਮਿਲਾਂਗੇ। ਇਜਾਜ਼ਤ ਲੈਣੇ। ਅੱਲਾ ਹਾਫਿਜ਼। ਸਾਡੇ ਚੈਨਲ ਨੂੰ ਲਾਜ਼ਮੀ ਫੋਲੋ ਤੇ YouTube ਤੇ ਚੈਨਲ ਤੇ ਵੀ ਬਾਇਓ 'ਚ ਜਾ ਕੇ ਉੱਥੇ ਲਿੰਕ ਹੈਗਾ ਤੇ ਉਹਨੂੰ ਵੀ ਜਾ ਕੇ ਸਬਸਕ੍ਰਾइब कर लो। ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਮਿਲ। अब चलते हैं जी। आजकल जो ज़्यादा जो आजकल नज़र आ रही है वो ये वाली बीमारी है, कबूतरों के गले पक रहे हैं, ठीक है, जिसको हम आसान लफ्ज़ों में बोलें तो कैंकर है। अगर आप कैंकर का पाउडर लेने जाते हैं तो वो बहुत महंगा है, ठीक है, वो हर बंदा ले नहीं सकता, अफोर्ड नहीं कर सकता। तो उसका बड़ा ही एक आसान सा तरीका है, ठीक है, वो उस्ताद जी हमें आज बताएंगे। और उस्ताद जी की तरफ हम चलते हैं जी। अस्सलाम वालेकुम उस्ताद जी। जी वालेकुम सलाम। उस्ताद जी, है जो अजकल गला पक रहा कबूतरों का, अंदर ਦੇ जंज ਜ਼ਹਿਰਬਾਦ ਹੋ ਜਾਂਦਾ ਹੈ गले ਦੇ ਵਿੱਚ ਵੀ, ਉਹ ਖਾਲੀ ਗਲੇ 'ਚ ਹੀ ਹੁੰਦਾ ਹੈ, ਕਈ ਕਬੂਤਰਾਂ ਦੀ ਬੈਕ ਸਾਈਡ ਤੇ ਵੀ ਹੋ ਜਾਂਦਾ ਹੈ ਡੋਪਿੰਗ ਵਾਲੀ ਜਗ੍ਹਾ ਤੇ ਉਹਦਾ ਕੀ ਇਲਾਜ ਕੀਤਾ ਜਾਏ? ਅਸਲ ਅਲਾਮਤ ਜਿਹੜੀ ਹੈ ਇਹ ਵੀ ਬਿਮਾਰੀ ਹੁੰਦੀ ਹੈ ਕੈਂਸਰ ਜਿਹੜਾ ਹੈਗਾ। ਅੱਛਾ ਅੱਛਾ। ਖੁੱਡੇ ਦੀ ਸਫਾਈ ਨਾ ਕਰਨੀ। ਜੀ ਜੀ। ਡਸਟ ਵਾਲੀ ਜਗ੍ਹਾ ਤੇ ਇਹਨਾਂ ਨੂੰ ਦਾਣਾ ਵਗੈਰਾ ਡਾਲਣਾ ਜੀ। ਗੰਦਾ ਪਾਣੀ ਪੀਣਾ ਪਰਿੰਦੇ ਵਾਸਤੇ, ਠੀਕ ਹੈ। ਤੇ ਇਹ ਗੰਦਗੀ ਦੀ ਵਜ੍ਹਾ ਤੋਂ ਹੀ ਇਹ ਕੈਂਕਰ ਆਉਂਦਾ। गंदगी की वजह तो ही कैंकर कैंकर आता है। देखो सब भाई यह चीज़ गौर करना कि सफाई ज़रूरी है। ਪਹਿਲੇ ਆਪਣੇ ਲੋਕ ਦੀ ਸਫਾਈ ਅੱਛੇ ਤਰੀਕੇ ਨਾਲ ਕਰੋ। जी ਪਰਿੰਦਿਆਂ ਦੇ ਬਰਤਨ ਜਿਹੜੇ ਹੈਗੇ ਨੇ ਉਹ ਅੱਛੇ ਸਾਫ਼ ਸੁਥਰੇ ਯੂਜ਼ ਕਰੋ, ਉਹਨਾਂ ਵਿੱਚ ਦਾਣਾ ਡਾਲੋ ਉਹਨਾਂ ਨੂੰ। ਤੇ ਉਸ ਚੀਜ਼ ਦਾ ਜਿਹੜਾ ਇਲਾਜ ਹੈਗਾ ਬਿਲਕੁਲ ਆਸਾਨ ਹੀ ਹੈਗਾ, ਸਸਤਾ ਹੈ, ਬਹੁਤ ਸਸਤਾ ਹੈ। अच्छा, बिल्कुल आसान तो सस्ता है। ਹਾਂਜੀ, ਤੇ ਗਰੰਟੀ ਵਾਲਾ ਹੈਗਾ। 3 ਦਿਨ ਬਾਅਦ ਉਹ ਜ਼ਹਿਰਬਾਦ ਨਹੀਂ ਹੋਏਗਾ, ਉਹਦੇ ਗਲੇ ਵਿੱਚ ਕੈਂਕਰ ਨਹੀਂ ਲੱਗੇਗਾ। यानी कि जे अंदर उस्ताद जी है गले 'ਚ ਜਿਹੜਾ ਹੁੰਦਾ ਹੈ ਕੈਂਕਰ ਹੈ, ਪੋੜ ਦੇ ਅੰਦਰ ਵੀ ਚਲੇ ਪੋਟ ਦੇ ਅੰਦਰ ਵੀ ਬਣ ਜਾਂਦੇ ਨੇ।
ਅੰਦਰ ਵੀ ਜ਼ਖਮ ਹੋ ਜਾਂਦੇ ਨੇ। ਅੱਛਾ ਅੱਛਾ ਇਹ ਗਲੇ ਦੇ ਵਿੱਚ ਵੀ ਹੋ ਜਾਂਦੇ ਨੇ, ਸਾਂਸ ਦੀਆਂ ਨਾਲੀ ਦੇ ਵਿੱਚ ਵੀ ਹੋ ਜਾਂਦੇ ਨੇ। ਜੀ ਜੀ। ਤੇ ਇਲਾਜ ਜਿਹੜਾ ਹੈਗਾ ਬਿਲਕੁਲ ਆਸਾਨ ਤੇ ਸਸਤਾ ਹੈਗਾ। ਅੱਛਾ ਸਾਹ ਜੀ ਕਿੰਨਾ ਕੁ ਕੋਈ ਮਹਿੰਗੇ ਪਾਊਡਰ ਨਹੀਂ ਲੈਣੇ ਪੈਣਗੇ। 5-10 ਹਜ਼ਾਰ ਰੁਪਏ ਦਾ ਨਹੀਂ ਕੋਈ ਮੈਡੀਸਨ ਹੈ, ਪਾਕਿਸਤਾਨੀ ਮੈਡੀਸਨ ਹੈ। ਤਕਰੀਬਨ ਕੋਈ 120-30 ਰੁਪਏ ਦੇ ਵਿੱਚ ਉਹ 15 ਗੋਲੀਆਂ ਮਿਲਦੀਆਂ। क्या बात है जी, बहुत ही सस्ता नुस्खा जी। ਇਹ ਸਮਝ ਲਓ ਦੇਖ ਲਓ ਦੋਸਤੋ, ਤੁਹਾਡੇ ਵਾਸਤੇ ਅੱਜ ਬਹੁਤ ਹੀ ਅੱਛੀ ਇੱਕ ਚੀਜ਼ ਤੁਹਾਨੂੰ ਮਿਲ ਜਾਣ ਲੱਗੀ ਕਿ ਜ਼ਿਆਦਾ ਪੈਸੇ ਵੀ ਨਹੀਂ ਤੁਸੀਂ ਖਰਚ ਕਰਨੇ। ਤੇ ਕੈਂਕਰ ਉਹ ਬਿਮਾਰੀ ਹੈ ਜੇ ਅਸੀਂ ਉਸਤਾਦ ਜੀ ਨਾਲ ਹੀ ਗੱਲ ਕਰਨੇ ਆ ਕਿ ਉਸਤਾਦ ਜੀ ਕੈਂਕਰ ਤੇ ਉਹ ਬਿਮਾਰੀ ਹੈ ਕਿ ਜਿਹੜੀ ਪਰਿੰਦੇ ਨੂੰ ਮਾਰ ਦਿੰਦੀ ਹੈ, ਪਤਾ ਹੀ ਨਹੀਂ ਵਕਤ ਦੇ ਚੱਲਦਾ। ਉੱਪਰ ਤੁਸੀਂ ਅਗਰ ਉਸ ਪਰਿੰਦੇ ਦਾ ਟ੍ਰੀਟਮੈਂਟ ਨਹੀਂ ਕੀਤਾ, ਇਲਾਜ ਨਹੀਂ ਕੀਤਾ, ਉਹ ਐਕਸਪਾਇਰ ਹੋ ਜਾਂਦਾ ਹੈ। ਬਿਲकुल है जी। तो अच्छा उस्ताद जी चाहने का मैं भी बता मैं कह रहे हैं कि पता चल जाए केड़ी जी मैं बीमारी। ਤੁਹਾਨੂੰ ਦਿਖਾਣਾ ਵਾ, जी जी ਮੈਡੀਸਨ ਦਿਖਾ ਦੇਣਾ। जी जी। ਇਹ ਮੈਡੀਸਨ ਹੈਗੀ लो जी सारी सा कैमरे में करके दिखा दो, मैं जी तस्वीर भी लगा दूँगा। लो जी गोली का नाम है जी एंडामाइजोल TS, ठीक है। तो उस्ताद जी इहदा हुण तरीकेकार की है भी दस दो जरा, किंज देनी है जी। ਇਸ ਮੈਡੀਸਨ ਨੂੰ ਤੁਸੀਂ ਇਹਦੇ ਵਿੱਚ ਟੈਬਲੇਟ ਹੁੰਦੀ ਹੈ जी जी ਸਾਡੇ ਕੋਲ ਤੇ ਇੱਕ ਹੀ ਇਸ ਟਾਈਮ ਰਹਿ ਗਈ। बिल्कुल ਇਹ ਮੈਡੀਸਨ ਇੰਨੀ ਹੁੰਦੀ ਹੈ, ਇੱਕ ਟੈਬਲੇਟ ਹੁੰਦੀ एक टैबलेट है, ਟੈਬਲੇਟ ठीक हो गया। ਤੁਸੀਂ ਕੋਈ ਟੋਟਲ 15 ਟੈਬਲੇਟ ਹੁੰਦੀਆਂ ਨੇ NJW ਆ ਇੱਕ ਡੱਬੀ ਦੇ ਵਿੱਚ। 5 ਟੈਬਲੇਟ ਲੈ ਲਓ, 3 ਲੈ ਲਓ, 4 ਲੈ ਲਓ। ਉਹਨਾਂ ਨੂੰ ਅੱਛੀ ਤਰ੍ਹਾਂ ਗੋਲੀਆਂ ਨੂੰ ਪੀਸ ਕੇ ਪਾਊਡਰ ਕਰ ਲਓ। जी ਪਾਊਡਰ ਕਰਕੇ ਸਵੇਰ ਸ਼ਾਮ ਗਲੇ ਦੇ ਵਿੱਚ ਇੱਕ ਚੁਟਕੀ ਤੋਂ ਥੋੜਾ ਜਿਹਾ ਜ਼ਿਆਦਾ ਪਾਊਡਰ ਉਹਨਾਂ ਦੇ ਗਲੇ 'ਚ ਡਾਲੋ। सुबह तो शाम। ਸਵੇਰ ਤੇ ਸ਼ਾਮ ਇੱਕ ਦਿਨ ਇਹ ਦਵਾਈ ਡਾਲਣ ਨਾਲ ਅਗਲੇ ਦਿਨ ਤੁਹਾਡਾ ਪਰਿੰਦਾ ਪੇਟ ਭਰ ਕੇ ਦਾਣਾ ਵੀ ਖਾਏਗਾ ਤੇ ਉਹ ਜਿਹੜਾ ਕੈਂਕਰ ਹੈਗਾ ਉਹ ਕੋਈ 30-40% ਖਤਮ खत्म हो जाएगा। वाह जी वाह, क्या बात है। 3 ਦਿਨ ਇਹ ਪਾਊਡਰ ਸਵੇਰ ਸ਼ਾਮ ਦੇਵੋ ਤੇ ਉਮੀਦ ਹੈ ਅੱਲਾ ਦੇ ਘਰ ਵਿੱਚ 3 ਦਿਨ ਤੋਂ ਬਾਅਦ ਜ਼ਰੂਰਤ ਨਹੀਂ ਪੈਂਦੀ, ਪਰਿੰਦਾ ਤੁਹਾਡਾ ਬਚ ਜਾਏਗਾ। ਤੇ ਇਹ ਦੋਸਤਾਂ ਨੂੰ ਅਸੀਂ ਇਸ ਵਾਸਤੇ ਸ਼ੇਅਰ ਕਰ ਰਹੇ ਹਾਂ ਕਿ ਸਾਡਾ ਅਜ਼ਮਾਈ ਹੋਈ ਚੀਜ਼ ਅਜ਼ਮਾਈ ਹੋਈ ਚੀਜ਼ ਹੈ। ਦੇਖ ਲਓ ਜੀ ਸਭ ਦੋਸਤ ਇਹ ਚੀਜ਼ ਬਹੁਤ ਸਾਰੇ ਦੋਸਤ ਮੇਰੇ ਜਿਹੜੇ ਹੈ ਨੇ ਉਹ ਇਹ ਯੂਜ਼ ਕਰਦੇ ਨੇ ਤੇ ਉਹਨਾਂ ਨੂੰ ਬਹੁਤ ਫਾਇਦਾ ਹੋਇਆ, ਉਹਨਾਂ ਦੇ ਪਰਿੰਦੇ ਬਚ ਜਾਂਦੇ ਨੇ। ਔਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦੇਵਾਂ ਕਿ ਮੇਰੇ ਖੁਦ ਘਰ ਪਰਿੰਦੇ ਨੂੰ ਹੋ ਗਿਆ ਸੀ ਤੇ ਉਸਤਾਦ ਜੀ ਕੋਲੋਂ ਮੈਂ ਪੁੱਛਿਆ ਤੇ ਮੈਂ ਮੈਡੀਸਨ ਯੂਜ਼ ਕੀਤੀ ਹੈ। ਸਮਝ ਲਓ ਪਹਿਲੇ ਦਿਨ ਹੀ ਉਹ 20% ਕਬੂਤਰ ਠੀਕ ਹੋ ਗਿਆ ਸੀ। ਅਤੇ ਹੁਣ ਲੈਣੇ ਸਭ ਦੋਸਤਾਂ ਕੋਲੋਂ ਇਜਾਜ਼ਤ। ਅਗਲੀ ਵੀਡੀਓ ਤੇ ਇਨਸ਼ਾਅੱਲਾ ਤੁਹਾਡੇ ਨਾਲ ਮਿਲਾਂਗੇ। ਸਾਡੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ, YouTube ਤੇ Facebook ਤੇ TikTok ਤੇ ਸਾਨੂੰ ਫਾਲੋ ਲਾਜ਼ਮੀ ਕਰੋ। ਤੁਹਾਡੇ ਵਾਸਤੇ ਵੀਡੀਓ ਨਵੀਂ ਤੋਂ ਨਵੀਂ ਆਉਂਦੀ ਰਹੇਗੀ। ਤੁਸੀਂ ਆਪਣਾ ਮੈਸੇਜ ਕਰਕੇ ਜੋ ਤੁਹਾਨੂੰ ਪਰੇਸ਼ਾਨੀ ਤੁਸੀਂ ਸਾਡੇ ਕੋਲ ਪੁੱਛ ਸਕਦੇ ਜੇ। ਉਸਤਾਦ ਜੀ ਕੋਲੋਂ ਅਸੀਂ ਟਾਈਮ ਲੈ ਲਿਆ ਹੈ ਤੇ ਕੋਈ ਵੀ ਮਸਲਾ ਹੋਏਗਾ ਇਨਸ਼ਾਅੱਲਾ ਤਾਲਾ ਤੁਹਾਡਾ ਮਸਲਾ ਹੱਲ ਕਰਨ ਦੀ पूरी कोशिश कराएंगे। कि अक्सर लोगों के कबूतर बीमार हो रहे हैं, किसी का पोर्ट बंद हो रहा है, कोई दाना नहीं हजम कर रहा कबूतर। तो ऐसे एक दोस्त का मैसेज आया था तो वो कह रहे थे कि हमारे कबूतर जो है ना वो दाना हजम नहीं कर रहे। तो इसीलिए हम आए जी आज उस्ताद जी के पास और उस्ताद जी से पूछेंगे कि इसका क्या मसला और किस तरह ये हल हो जाए। और चलते हैं उस्ताद जी की तरफ। अस्सलाम वालेकुम उस्ताद जी। ਵਾਲੇਕੁਮ ਸਲਾਮ। ਉਸਤਾਦ ਜੀ ਇੱਕ ਹੁਣ ਦੋਸਤ ਦਾ ਮੈਸੇਜ ਆਇਆ ਸੀ, ਉਹ ਕਹਿ ਰਹੇ ਸੀ ਕਿ ਮੇਰੇ ਕਬੂਤਰ ਜਿਹੜੇ ਨਾ ਉਹ ਅੱਛੀ ਤਰ੍ਹਾਂ ਦਾਣਾ ਹਜ਼ਮ ਨਹੀਂ ਕਰਦੇ। ਜਿੰਨਾ ਖਾ ਲੈਂਦੇ ਨੇ ਉਹ ਸਵੇਰ ਪੋਟ 'ਚ ਵੀ ਹੁੰਦਾ ਤੇ ਫਿਰ ਉਹ ਬਿਮਾਰੀ ਹੈ ਯਾਨੀ ਕਿ ਥੋੜ੍ਹੇ ਜਿਹੇ ਇਕੱਠੇ ਹੋ ਕੇ ਬੈਠ ਜਾਂਦੇ ਨੇ, ਫਿਰ ਬਿਮਾਰੀ ਲੈ ਚਲੇ ਜਾਂਦੇ ਨੇ। ਨੁਮਾਨ ਭਾਈ ਇੱਕ ਦਾਣੇ ਦੀ ਟਾਈਮਿੰਗ ਜਿਹੜੀ ਹੈ ਉਹ ਦੋਸਤਾਂ ਨੂੰ ਚਾਹੀਦਾ ਕਿ ਇੱਕ ਰੱਖਣ। ਜ਼ਬਰਦਸਤ ਇੱਕ ਟਾਈਮ ਬਣਾ ਲੈਣ, ਉਸ ਟਾਈਮ ਦੇ ਵਿੱਚ ਉਹ ਪਰਿੰਦਿਆਂ ਨੂੰ ਦਾਣਾ ਦੇਣਾ ਚਾਹੀਦਾ। ਜ਼ਿਆਦਾ ਐਕਸਟਰਾ ਅੱਗੇ ਦਾਣਾ ਵੀ ਨਹੀਂ ਹੋਣਾ ਚਾਹੀਦਾ ਪਰਿੰਦਿਆਂ ਦਾ। ਮੇਰਾ ਖਿਆਲ ਹੈ ਕਿ ਪਰਿੰਦੇ ਦੇ ਅੱਗੇ ਉਡਣ ਵਾਲੇ ਪਰਿੰਦੇ ਦੇ ਅੱਗੇ ਅੱਧਾ ਘੰਟਾ ਬਹੁਤ ਹੁੰਦਾ ਹੈ ਟਾਈਮ ਦਾਣੇ ਦਾ। ਅੱਧਾ ਘੰਟਾ ਬਹੁਤ ਟਾਈਮ ਹੁੰਦਾ। ਹਾਂਜੀ। ਸਰ ਜੀ ਟਾਈਮਿੰਗ ਕੀ ਹੋਣੀ ਚਾਹੀਦੀ ਵੈਸੇ? ਟਾਈਮਿੰਗ ਉਹ ਬੰਦੇ ਨੇ ਆਪਣੇ ਹਿਸਾਬ ਨਾਲ ਬਣਾਉਣੀ ਹੁੰਦੀ। ਅੱਛਾ ਆਪਣੇ ਹਿਸਾਬ ਆਪਣੇ ਟਾਈਮ ਟੇਬਲ ਦੇ ਨਾਲ ਅਗਰ ਰਾਤ ਨੂੰ ਟਾਈਮਿੰਗ ਹੈ ਵੇ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਉਸ ਟਾਈਮਿੰਗ ਦੇ ਉੱਪਰ ਹੀ ਆਪਣੇ ਪਰਿੰਦਿਆਂ ਨੂੰ ਦਾਣਾ ਮਿਲੇ। ਅਗਰ ਜੇ ਰਾਤ ਨੂੰ ਡਾਲਦੇ ਨੇ ਰਾਤ ਨੂੰ ਡਾਲ ਦੇਣੇ ਠੀਕ ਹੋ ਗਿਆ। ਉਹ ਆਪਣੇ ਹਰ ਬੰਦੇ ਦੀ ਇੱਕ ਮਸਰੂਫੀਅਤ ਹੁੰਦੀ ਹੈ। ਬਿਲਕੁਲ ਹੈ ਜੀ, ਉਹਦੇ ਵਿੱਚੋਂ ਟਾਈਮ ਉਹਨੇ ਨਿਕਾਲ ਕੇ ਫੇਰ ਹੀ ਆਪਣੇ ਪਰਿੰਦਿਆਂ ਨੂੰ ਟਾਈਮ ਦੇਣਾ ਹੁੰਦਾ ਹੈ। ਤੇ ਅਗਰ ਪਰਿੰਦਿਆਂ ਨੂੰ ਇੱਕ ਦਾਣਾ ਜਿਹੜਾ ਹੈਗਾ ਨਾ ਉਹ ਖੁਸ਼ਕ ਹੋਣਾ ਚਾਹੀਦਾ। ਖੁਸ਼ਕ ਦਾਣਾ ਹੋਣਾ ਚਾਹੀਦਾ, ਉਹਦੇ ਅੰਦਰ ਨਮੀ ਨਹੀਂ ਹੋਣੀ ਚਾਹੀਦੀ। ਸਰ ਜੀ ਨਮੀ ਤੋਂ ਮੁਰਾਦ ਹੈ ਵੀ ਦੱਸ ਦਿਓ ਦੇਖਣ ਵਾਲੇ ਨੂੰ। ਨਮੀ ਤੋਂ ਮੁਰਾਦ ਹੈ ਕਿ ਦਾਣਾ ਜਿਹੜਾ ਹੈਗਾ ਬਾਹਰ ਓਪਨ ਪਿਆ, ਅੱਜ ਕੱਲ੍ਹ ਬਰਸਾਤ ਦਾ ਮੌਸਮ ਹੈ, ਦਾਣੇ ਦੇ ਅੰਦਰ ਨਮੀ ਆ ਜਾਂਦੀ, ਉਹ ਵੀ ਦਾਣਾ ਹਜ਼ਮ ਨਹੀਂ ਹੁੰਦਾ ਪਰਿੰਦੇ ਦਾ। ਅੱਛਾ ਹਜ਼ਮ ਨਹੀਂ ਹੁੰਦਾ। ਹਜ਼ਮ ਨਹੀਂ ਹੁੰਦਾ ਉਹ ਪਰਿੰਦਾ। ਫਿਰ ਉਸ ਤੋਂ ਬਾਅਦ ਦਾਣਾ ਖੁਸ਼ਕ ਹੋਣਾ ਚਾਹੀਦਾ। ਜਿੰਨਾ ਜ਼ਿਆਦਾ ਖੁਸ਼ਕ ਦਾਣਾ ਹੋਏਗਾ ਪਰਿੰਦਾ ਉਨੀ ਜਲਦੀ ਉਹਨੂੰ ਹਜ਼ਮ ਕਰਦਾ। ਕੀ ਬਾਤ ਹੈ। ਤੇ ਜਿਸ ਦੋਸਤਾਂ ਭਾਈਆਂ ਦੇ ਪਰਿੰਦੇ ਦਾਣਾ ਨਹੀਂ ਹਜ਼ਮ ਕਰ ਰਹੇ
ਉਹ ਇੱਕ ਰੂਟੀਨ ਬਣਾ ਲੈਣ ਪਰਿੰਦੇ ਨੂੰ ਅਰਕੇ ਸ਼ਵਰਕਾ ਲੈ ਲੈਣ ਅਰਕੇ- ਹਮਦਰਦ ਵਾਲਿਆਂ ਦਾ, ਕਰਸ਼ੀ ਵਾਲਿਆਂ ਦਾ, ਮਰਹਬ ਵਾਲਿਆਂ ਦਾ, ਕੋਈ ਵੀ ਅੱਛੇ ਪੰਸਾਰ ਸਟੋਰ ਤੋਂ ਅਰਕੇ ਸ਼ਵਰਕਾ ਲੈ ਲੈ। यानी कि इजीली सारी है ਈਜ਼ੀਲੀ ਮਿਲ ਜਾਂਦਾ आसानी ਹਾਂਜੀ। नाल मिल ਆਮ जाती ਚੀਜ਼ ਹੈਗੀ आम ਆਸਾਨੀ चीज़ ਨਾਲ है। ਮਿਲ ਜਾਂਦੀ ਹੈਗੀ। 4 ਲੀਟਰ ਪਾਣੀ ਦੇ ਵਿੱਚ ਚਾय ਵਾਲਾ ਹਾਫ ਕੱਪ चाय वाला ਹਾਫ ਕੱਪ ਉਹ ਆਪਣੇ ਪਰਿੰਦਿਆਂ ਨੂੰ ਦਾਣੇ ਦੇ ਨਾਲ ਦਿਓ ਤੁਸੀਂ। ਤੇ ਹਫਤੇ ਦੇ ਵਿੱਚ ਕੋਈ 2 ਦਫਾ, ਇੱਕ ਦਫਾ ਇਹ ਰੂਟੀਨ ਬਣਾ ਲੋਗੇ ਤੇ ਪਰਿੰਦੇ ਨੂੰ ਇਸ ਚੀਜ਼ ਦਾ ਮਸਲਾ ਨਹੀਂ ਬਣੇਗਾ, ਪੋੜ ਬੰਦ ਨਹੀਂ ਹੋਏਗੀ। हाँ जी बिल्कुल दाना ਜਿਹੜਾ ਹੈਗਾ ਉਹ ਅੱਛੀ ਤਰ੍ਹਾਂ ਹਜ਼ਮ ਹੋਏ, ਯਾਨੀ ਕਿ ਅੱਛੀ ਤਰ੍ਹਾਂ ਦਾਣਾ ਹਜ਼ਮ ਹੋਏਗਾ। ਦੇਖੋ ਇਹ ਦੋਸਤ ਦਾ ਜਿਹੜਾ ਅੱਜ ਮੈਸੇਜ ਸੀ ਉਹਨਾਂ ਨੂੰ ਜਵਾਬ ਮਿਲ ਗਿਆ ਮੇਰੇ ਭਾਈ ਨੂੰ। ਜੇ ਹੋਰ ਕਿਸੇ ਭਾਈ ਨੂੰ ਵੀ ਕੋਈ ਮਸਲਾ ਹੈ ਆਪਣੇ ਪਰਿੰਦਿਆਂ ਦੇ ਮੁਤਲਕ ਕੋਈ ਵੀ ਚੀਜ਼ ਉਹ ਸਾਡੇ ਕੋਲ ਪੁੱਛਣਾ ਚਾਹੁੰਦੇ ਨੇ, ਸਾਨੂੰ ਮੈਸੇਜ ਕਰ ਸਕਦੇ ਨੇ ਤੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਉਹਦਾ ਜਵਾਬ ਲਾਜ਼ਮੀ ਮਿਲੇਗਾ। ਮਿਲਨੇ ਆ ਇਨਸ਼ਾ ਅੱਲਾਹ ਤਾਲਾ ਅਗਲੀ ਵੀਡੀਓ ਦੇ। ਅੱਲਾਹ ਹਾਫਿਜ਼।